गुड मॉर्निंग स्टूडेंट्स। असी एक्सपोर्ट मैनेजमेंट सबजैक्ट का टॉपिक नंबर 5 चूजिंग एन एप्रोप्रीएट मोड ऑफ ऑपरेशन भाव उचित कारज माध्यम की चोण करनी, ये टॉपिक असी अज पढ़ांगे। उचित कारज माध्यम की है? किसी भी प्रोडक्ट नूं सेल करन दे लई, चाहे उन्होंने निर्यात करन दे लई या उसनूं आयात करन दे लई बहुत सारे तरीके हुंदे हन, जिन्हां तरीकिਆਂ ਦੇ ਨਾਲ ਆਪਣੇ देश ਦੇ ਵਿੱਚ बनी हुई किसी वस्तु ਨੂੰ ਬਾਹਰਲੇ देश ਦੇ ਵਿੱਚ ਵੇਚਿਆ ਜਾ ਸਕਦਾ ਹੈ। ਤੇ ਉਹਨਾਂ ਤਰੀਕਿਆਂ ਦੇ ਵਿੱਚੋਂ ਕਿਹੜੇ-ਕਿਹੜੇ ਤਰੀਕੇ ਹਨ ਜਿਨ੍ਹਾਂ ਨੂੰ ਵਰਤੋਂ ਵਿੱਚ ਲਿਆਇਆ ਜਾ ਸਕਦਾ ਹੈ, ਜਾਂ ਫਿਰ ਇਸ ਦਾ ਦੂਸਰਾ ਪ੍ਰਸ਼ਨ ਇਹ ਬਣ ਸਕਦਾ ਹੈ ਕਿ ਦੇਸ਼ ਵਿੱਚ ਨਿਰਯਾਤ ਕਰਨ ਦੇ ਵੱਖ-ਵੱਖ ਮਾਧਿਅਮ ਕੀ ਹਨ, ਜਾਂ ਫਿਰ ਕਿਹੜੇ-ਕਿਹੜੇ ਤਰੀਕੇ ਹਨ ਜਿਨ੍ਹਾਂ ਦੇ ਰਾਹੀਂ ਨਿਰਯਾਤ ਕੀਤਾ ਜਾ ਸਕਦਾ ਹੈ। ਨਿਰਯਾਤ ਕਰਨ ਦੇ ਲਈ ਸਭ ਤੋਂ ਪਹਿਲੇ ਸਾਡੇ ਕੋਲ ਹੈ ਨੰਬਰ 1 ਤੇ ਹੈ ਨਿਰਯਾਤ ਕਰਨਾ। ਜਿਵੇਂ ਕਿ ਅਸੀਂ ਪੜ੍ਹ ਹੀ ਰਹੇ ਹਾਂ ਕਿ ਨਿਰਯਾਤ ਕਰਨਾ, ਨਿਰਯਾਤ ਵਪਾਰ ਦਾ ਪਹਿਲਾ ਮਾਧਿਅਮ ਆ। ਆਪਣੇ ਪ੍ਰੋਡਕਟਸ ਨੂੰ ਸੇਲ ਕਰਨ ਦੇ ਲਈ ਕਿਸੇ ਦੂਸਰੀ ਕੰਟਰੀ ਦੇ ਵਿੱਚ ਸਭ ਤੋਂ ਪਹਿਲਾ ਮਾਧਿਅਮ ਹੈ ਨਿਰਯਾਤ ਕਰਨਾ, ਭਾਵ ਕਿ ਆਪਣੇ ਦੇਸ਼ ਦੇ ਵਿੱਚ ਬਣੇ ਹੋਏ ਪ੍ਰੋਡਕਟਾਂ ਨੂੰ ਦੂਸਰੇ ਦੇਸ਼ਾਂ ਦੇ ਵਿੱਚ ਮਾਰਕੀਟ ਦੇ ਵਿੱਚ ਲਿਜਾ ਕੇ ਉੱਥੇ ਉਹਨਾਂ ਨੂੰ ਵੇਚਣਾ। ਜਿਹੜਾ ਨਿਰਯਾਤ ਹੈ ਉਹ ਦੋ ਤਰ੍ਹਾਂ ਦਾ ਹੁੰਦਾ ਹੈ, ਇੱਕ ਪ੍ਰਤੱਖ ਨਿਰਯਾਤ, ਇੱਕ ਅਪ੍ਰਤੱਖ ਨਿਰਯਾਤ। ਜਿਹੜਾ ਪ੍ਰਤੱਖ ਨਿਰਯਾਤ ਹੈ ਉਹ ਕੀ ਹੈ? ਇਸ ਕਿਸਮ ਦੇ ਨਿਰਯਾਤ ਮਾਧਿਅਮ ਦੇ ਵਿੱਚ ਕਿਸੇ ਇੱਕ ਦੇਸ਼ ਦੇ ਵਿੱਚ ਬਣਾਈਆਂ ਗਈਆਂ ਵਸਤੂਆਂ ਨੂੰ ਸਿੱਧਾ ਹੀ ਬਿਨਾਂ ਕਿਸੇ ਵਿਚੋਲੇ ਦੀ ਮਦਦ ਦੇ ਵਿਦੇਸ਼ੀ ਮਾਰਕੀਟ ਦੇ ਵਿੱਚ ਵੇਚਿਆ ਜਾਂਦਾ ਹੈ। ਭਾਵ ਉਹ ਕੰਪਨੀ ਜਿਸ ਨੇ ਪ੍ਰੋਡਕਟ ਨੂੰ ਬਣਾਇਆ ਆ, ਉਹ ਕੰਪਨੀ ਕਿਸੇ ਹੋਰ ਵਿਚੋਲੇ ਨੂੰ ਵਿੱਚ ਇਨਕਲੂਡ ਨਹੀਂ ਕਰਦੀ। ਉਹ ਆਪਣੇ ਮਾਲ ਨੂੰ ਖੁਦ ਹੀ ਬਣਾਉਂਦੀ ਆ, ਖੁਦ ਹੀ ਉਹਨੂੰ ਉਹ ਪੋਰਟ ਕਰਦੀ ਆ ਅਤੇ ਖੁਦ ਹੀ ਉਹ ਉਸਨੂੰ ਬਾਹਰਲੀ ਕੰਟਰੀ ਦੇ ਵਿੱਚ ਲੈ ਕੇ ਜਾਂਦੀ ਅਤੇ ਖੁਦ ਹੀ ਉੱਥੇ ਵੇਚਦੀ ਆ। ਇਸ ਕਿਸਮ ਦੇ ਮਾਧਿਅਮ ਦੇ ਵਿੱਚ ਜਿਹੜੀ ਕੰਪਨੀ ਆ ਉਹਦਾ ਸਿੱਧਾ ਸੰਬੰਧ ਗ੍ਰਾਹਕਾਂ ਦੇ ਨਾਲ ਹੁੰਦਾ ਆ ਅਤੇ ਉਹ ਹੀ ਆਪ ਖੁਦ ਹੀ ਸੇਲ ਗਤੀਵਿਧੀਆਂ ਦੇ ਉੱਤੇ ਆਪਣਾ ਪੂਰਾ ਕੰਟਰੋਲ ਰੱਖਦੀ ਆ। ਇਸ ਦੀਆਂ ਮੁੱਖ ਕਿਸਮਾਂ ਜਿਹੜੀਆਂ ਆ ਉਹ ਦੋ ਹੁੰਦੀਆਂ ਆ। ਪ੍ਰਤੱਖ ਨਿਰਯਾਤ ਦੀਆਂ ਸੇਲਜ਼ ਨੁਮਾਇੰਦੇ, ਜਿਨ੍ਹਾਂ ਨੂੰ ਅਸੀਂ ਸੇਲਜ਼ ਰਿਪਰੈਜ਼ੈਂਟੇਟਿਵ ਆਖਦੇ ਹਾਂ, ਅਤੇ ਆਯਾਤ ਡਿਸਟਰੀਬਿਊਟਰ, ਇੰਪੋਰਟ ਡਿਸਟਰੀਬਿਊਟਰ। ਸੇਲਜ਼ ਨੁਮਾਇੰਦੇ ਭਾਵ ਕਿ ਕੰਪਨੀ ਆਪਣੇ ਹੀ ਬੰਦੇ ਜਿਹੜੇ ਆ ਉਹ ਰੱਖ ਲੈਂਦੀ ਆ, ਉਹਨਾਂ ਨੂੰ ਹਾਇਰ ਕਰ ਲੈਂਦੀ ਆ, ਉਹਨਾਂ ਨੂੰ ਜੋਬ ਦੇ ਦਿੰਦੀ ਆ ਅਤੇ ਉਹ ਸੇਲਜ਼ ਰਿਪਰੈਜ਼ੈਂਟੇਟਿਵ ਬਣ ਕੇ ਬਾਹਰਲੀ ਕੰਟਰੀਜ਼ ਦੇ ਵਿੱਚ ਆਪਣੇ ਸਮਾਨ ਦੀ ਉੱਥੇ ਵੇਚ ਕਰਦੇ ਆ। ਨੰਬਰ 2 'ਤੇ ਹੈ ਆਯਾਤ ਡਿਸਟਰੀਬਿਊਟਰ। ਆਯਾਤ ਡਿਸਟਰੀਬਿਊਟਰ ਕਿ ਕੰਪਨੀ ਡਿਸਟਰੀਬਿਊਟਰ ਫਿਕਸ ਕਰ ਲੈਂਦੀ ਹੈ। ਡਿਸਟਰੀਬਿਊਟਰ ਜਿੱਦਾਂ ਅਸੀਂ ਕਹਿ ਲਈਏ ਕਿ ਹੋਲਸੇਲਰ, ਕੰਪਨੀ ਬਾਹਰਲੀਆਂ ਕੰਟਰੀਜ਼ ਦੇ ਵਿੱਚ ਆਪਣੇ ਹੋਲਸੇਲਰ ਜਿਹੜੇ ਉਹ ਰੱਖ ਲੈਂਦੀ ਆ ਅਤੇ ਉਹਨਾਂ ਹੋਲਸੇਲਰਸ ਨੂੰ ਆਪਣਾ ਸਮਾਨ ਦਿੰਦੀ ਹੈ, ਤਾਂ ਜਿਹੜੇ ਹੋਲਸੇਲਰਸ ਆ ਫਿਰ ਅੱਗੇ ਗ੍ਰਾਹਕਾਂ ਨੂੰ ਸਮਾਨ ਵੇਚਦੇ ਆ। ਜਿਹੜਾ ਪ੍ਰਤੱਖ ਨਿਰਯਾਤ ਆ ਉਸ ਦੇ ਲਾਭ ਕੀ ਹਨ? ਨੰਬਰ 1 ਤਾਂ ਪਹਿਲਾ ਲਾਭ ਇਹੀ ਹੋ ਗਿਆ ਕਿ ਕੰਪਨੀ ਦਾ ਸਿੱਧਾ ਸੰਬੰਧ ਗ੍ਰਾਹਕਾਂ ਦੇ ਨਾਲ ਹੋ ਜਾਂਦਾ ਆ ਅਤੇ ਫਿਰ ਉਹਨੂੰ ਗ੍ਰਾਹਕਾਂ ਦੀ ਕੰਪਨੀ ਦੇ ਪ੍ਰੋਡਕਟ ਦੇ ਬਾਰੇ ਜੋ ਵੀ ਵਿਚਾਰਧਾਰਾ ਹੁੰਦੀ ਆ ਉਹਦੇ ਬਾਰੇ ਪਤਾ ਚੱਲਦਾ ਰਹਿੰਦਾ ਹੈ। ਕੰਪਨੀ ਕਿਉਂਕਿ ਖੁਦ ਵਿਦੇਸ਼ੀ ਮਾਰਕੀਟ ਦੇ ਵਿੱਚ ਜਾ ਕੇ ਸਮਾਨ ਨੂੰ ਵੇਚਦੀ ਹੈ, ਇਸ ਲਈ ਵਿਦੇਸ਼ੀ ਮਾਰਕੀਟ ਦੇ ਉੱਤੇ ਉਹਦਾ ਕੰਟਰੋਲ ਹੋ ਜਾਂਦਾ ਹੈ। ਆਪਣੀ ਇੱਛਾ ਦੇ ਅਨੁਸਾਰ ਉਹ ਕਿਹੜੀ ਵਿਦੇਸ਼ੀ ਮਾਰਕੀਟ ਦੇ ਵਿੱਚ ਸਮਾਨ ਨੂੰ ਵੇਚਣਾ ਆ ਜਾਂ ਕਿੱਥੇ ਨਹੀਂ ਵੇਚਣਾ ਉਹ ਚੂਜ਼ ਕਰ ਸਕਦੀ ਆ। ਜੋਖਿਮ ਘੱਟ ਜਾਂਦਾ ਆ ਕਿਉਂਕਿ ਕੰਪਨੀ ਖੁਦ ਜਾ ਕੇ ਵੇਚਦੀ ਆ। ਕੰਪਨੀ ਹਰੇਕ ਚੀਜ਼ ਨੂੰ ਐਨਾਲਾਈਜ਼, ਹਰੇਕ ਕਿਸਮ ਦਾ ਹਰੇਕ ਚੀਜ਼ ਦਾ ਵਿਸ਼ਲੇਸ਼ਣ ਜਿਹੜਾ ਉਹ ਕਰਕੇ ਫਿਰ ਹੀ ਸਮਾਨ ਵੇਚਣ ਦੇ ਲਈ ਤਿਆਰ ਹੁੰਦੀ ਹੈ, ਇਸ ਲਈ ਜੋਖਿਮ ਘੱਟ ਹੁੰਦਾ ਹੈ। ਕਿਉਂਕਿ ਕੰਪਨੀ ਖੁਦ ਆਪਣਾ ਮਾਲ ਜਿਹੜਾ ਉਹ ਬਣਾ ਕੇ ਕੰਪਨੀ ਵੇਚ ਰਹੀ ਆ, ਇਸ ਲਈ ਉਹ ਆਪਣੀ ਮਾਰਕੀਟ ਸਥਿਤੀ ਵਧੀਆ ਬਣਾਉਣ ਦੇ ਲਈ ਜ਼ਿਆਦਾ ਐਫਰਟਸ ਕਰਦੀ ਆ। ਹੁਣ ਪ੍ਰਤੱਖ ਨਿਰਯਾਤ ਦੀਆਂ ਕਮੀਆਂ ਕੀ ਹੁੰਦੀਆਂ ਹਨ? ਇਸ ਦੇ ਵਿੱਚ ਨਿਰਯਾਤ ਕੰਪਨੀ ਦੁਆਰਾ ਵਿਦੇਸ਼ੀ ਮਾਰਕੀਟ ਦੇ ਗਾਹਕਾਂ ਦੇ ਨਾਲ ਸਿੱਧਾ ਸੰਬੰਧ ਬਣਾਉਣਾ ਬਹੁਤ ਮੁਸ਼ਕਿਲ ਕੰਮ ਆ, ਕਿਉਂਕਿ ਇੱਕ ਕੰਪਨੀ ਜਿਹੜੀ ਕਿ ਲੋਕਲ ਆ ਉਹਨੇ ਬਾਹਰਲੀ ਕੰਟਰੀ ਦੇ ਵਿੱਚ ਜਾ ਕੇ ਬਾਹਰਲੇ ਗ੍ਰਾਹਕਾਂ ਦੇ ਨਾਲ ਸੰਬੰਧ ਬਣਾਉਣਾ ਬੜਾ ਔਖਾ ਹੋ ਜਾਂਦਾ ਹੈ। ਨੰਬਰ 2 ਦੇ ਉੱਤੇ ਕਿਉਂਕਿ ਕੰਪਨੀ ਨੇ ਇੱਕ ਕੰਟਰੀ ਤੋਂ ਦੂਸਰੀ ਕੰਟਰੀ ਦੇ ਵਿੱਚ ਸਮਾਨ ਲੈ ਕੇ ਜਾਣਾ ਹੁੰਦਾ ਹੈ, ਇਸ ਲਈ ਉੱਥੋਂ ਦੇ ਗ੍ਰਾਹਕਾਂ ਦੀਆਂ ਦਿਲਚਸਪੀਆਂ ਦਾ ਪਤਾ ਨਹੀਂ ਹੁੰਦਾ।
कि वो किहड़े प्रोडक्ट नूं पसंद करदे आ ते किहड़े नूं नहीं पसंद करदे। इसलिए उन्हां ग्राहकां दे उत्ते भरोसा करना भी औखा हुंदा है। ग्राहकां दे बारे सूचना इकट्ठी करनी भी बहुत औखी हो जाती है। तो इस किस्म के निर्यात दे विच पैसे की इन्वैसटमेंट ज़्यादा करनी पैंदी है, क्योंकि कंपनी खुद ही अपने सेल्स रिप्रजेंटेटिव या फिर सेल्स डिस्ट्रीब्यूटर अपॉइंट करती है, तो फिर उत्थे पैसे भी ज़्यादा लगते हैं, निवेश ज़्यादा हुंदा है पूंजी का। नंबर 2 ते है अप्रत्यक्ष निर्यात। अप्रत्यक्ष निर्यात की है? इस किस्म के निर्यात माध्यम दे विच जिहड़ियां उत्पादन कंपनियां आ, भाव कि वो कंपनियां जिहड़ियां कि प्रोडक्ट नूं बना रहीआं आ, वो घरेलू देश दे विच ही मौजूद निर्यात करन वालियां होर सुतंत्र कंपनियां दे माध्यम दे राहीं प्रोडक्टां दी सेल दूसरे देश दे विच करदियां आ। भाव कि एक कंपनी ने प्रोडक्ट बनाया, वो खुद ਉਹਦੀ ਸੇਲ ਉੱਥੇ ਬਾਹਰਲੀ ਕੰਪਨੀ 'ਚ ਨਹੀਂ ਜਾ ਕੇ ਕਰਦੀ, ਉਹ ਕੰਪਨੀ ਆਪਣੇ ਦੇਸ਼ ਦੇ ਵਿੱਚ ਹੀ ਨਿਰਯਾਤ ਕੰਪਨੀ ਨੂੰ ਲੱਭਦੀ ਆ, ਕਿਸੇ ਇੱਕ ਨਿਰਯਾਤ ਕੰਪਨੀ ਦੇ ਨਾਲ ਉਹ ਆਪਣੀ ਇੱਕ ਡੀਲ ਫਿਕਸ ਕਰਦੀ ਆ, ਅਤੇ ਉਹ ਨਿਰਯਾਤ ਕੰਪਨੀ ਜਿਹੜੀ ਆ ਉਹਦੇ ਕੋਲ ਪ੍ਰੋਡਕਟ ਲੈ ਕੇ ਤੇ ਬਾਹਰਲੀ ਕੰਟਰੀ ਦੇ ਵਿੱਚ ਵੇਚਦੀ ਆ। ਭਾਵ ਕਿ ਉਹ ਜਿਹੜੀ ਨਿਰਯਾਤ ਕੰਪਨੀ ਵਿੱਚ ਕੀ ਹੋ ਗਿਆ, ਉਹ ਇੱਕ ਵਿਚੋਲਾ ਹੋ ਗਿਆ। ਅਪ੍ਰਤੱਖ ਨਿਰਯਾਤ ਦੇ ਵਿੱਚ ਕੰਪਨੀਆਂ ਦੇ ਵਿੱਚ ਵਿਚੋਲਾ ਪਾ ਕੇ ਉਹ ਵਿਚੋਲੇ ਦੇ ਮਾਧਿਅਮ ਦੇ ਰਾਹੀਂ ਉਹ ਦੂਸਰੇ ਦੇਸ਼ ਦੇ ਵਿੱਚ ਸਮਾਨ ਨੂੰ ਵੇਚਦੇ ਹਨ। ਹੁਣ ਇਸ ਦੀਆਂ ਮੁੱਖ ਕਿਸਮਾਂ ਕਿਹੜੀਆਂ ਹੁੰਦੀਆਂ ਅਪ੍ਰਤੱਖ ਨਿਰਯਾਤ ਦੀਆਂ? ਅਪ੍ਰਤੱਖ ਨਿਰਯਾਤ ਹੈ ਨਿਰਯਾਤ ਟਰੇਡਿੰਗ ਕੰਪਨੀਆਂ, ਉਹ ਕੰਪਨੀਆਂ ਜਿਹੜੀਆਂ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਸਮਾਨ ਨੂੰ ਵੇਚਦੀਆਂ ਆ। ਭਾਵ ਕਿ ਕਿਸੇ ਘਰੇਲੂ ਕੰਪਨੀ ਦੇ ਕੋਲੋਂ ਜਿਹਨੇ ਸਮਾਨ ਬਣਾਇਆ ਉਹਦੇ ਕੋਲੋਂ ਸਮਾਨ ਖਰੀਦ ਲੈਂਦੀਆਂ ਆ ਅਤੇ ਫਿਰ ਬਾਹਰਲੇ ਦੇਸ਼ ਦੇ ਵਿੱਚ ਵੇਚ ਦਿੰਦੀਆਂ ਆ। ਨਿਰਯਾਤ ਵਪਾਰੀ, ਉਹ ਵਪਾਰੀ ਜਿਹੜੇ ਕਿ ਸਮਾਨ ਨੂੰ ਖਰੀਦ ਕੇ ਅਤੇ ਬਾਹਰਲੇ ਦੇਸ਼ਾਂ ਦੇ ਵਿੱਚ ਲਿਜਾ ਕੇ ਵੇਚਦੇ ਆ। ਨਿਰਯਾਤ ਮੈਨੇਜਮੈਂਟ ਕੰਪਨੀਆਂ, ਉਹ ਕੰਪਨੀਆਂ ਜਿਹੜੀਆਂ ਕਿ ਨਿਰਯਾਤ ਦੇ ਨਾਲ ਸੰਬੰਧਿਤ ਸਾਰਾ ਹੀ ਕੰਮ ਨੂੰ ਮੈਨੇਜ ਕਰਦੀਆਂ ਆ। ਹੁਣ ਅਪ੍ਰਤੱਖ ਨਿਰਯਾਤ ਦੇ ਲਾਭ ਕੀ ਹੋਏ? ਅਪ੍ਰਤੱਖ ਲਾਭ ਉਹ ਹੋ ਗਏ ਜਿਹੜੇ ਕਿ ਅਪ੍ਰਤੱਖ ਨਿਰਯਾਤ ਦੀਆਂ ਕਮੀਆਂ ਸੀ। ਇਸ ਦੇ ਵਿੱਚ ਅਪ੍ਰਤੱਖ ਜਿਹੜਾ ਨਿਰਯਾਤ ਹੈ ਮਾਰਕੀਟ ਦੇ ਨਾਲ ਸਿੱਧਾ ਸੰਬੰਧ ਨਹੀਂ ਬਣਾਉਣਾ ਪੈਂਦਾ ਇਸ ਦੇ ਵਿੱਚ ਵਿਦੇਸ਼ੀ ਮਾਰਕੀਟ ਦੇ ਨਾਲ, ਇਸ ਲਈ ਖਰਚਾ ਜਿਹੜਾ ਉਹ ਘੱਟ ਆਉਂਦਾ ਹੈ। ਨਿਵੇਸ਼ ਦੀ ਰਾਸ਼ੀ ਘੱਟ ਲੱਗਦੀ ਹੈ। ਨਿਰਯਾਤ ਕੰਪਨੀਆਂ ਦੇ ਮਾਧਿਅਮ ਰਾਹੀਂ ਆਪੋ ਆਪਣੇ ਵੇਚ ਖੇਤਰ ਦੇ ਵਿੱਚ ਕੰਪਨੀ ਵਾਧਾ ਕਰ ਸਕਦੀ ਹੈ। ਭਾਵ ਮਾਰਕੀਟ ਦਾ ਜਿਹੜਾ ਸਾਈਜ਼ ਆ ਉਹਨੂੰ ਵਧਾਇਆ ਜਾ ਸਕਦਾ ਹੈ, ਕਿਉਂਕਿ ਕੰਪਨੀ ਨੇ ਥੋੜ੍ਹਾ ਕੰਮ ਕਰਨਾ ਹੁੰਦਾ, ਕੰਪਨੀ ਨੇ ਸਿਰਫ ਪ੍ਰੋਡਕਟ ਦਾ ਉਤਪਾਦਨ ਹੀ ਕਰਨਾ ਹੁੰਦਾ, ਉਹਨੂੰ ਵੇਚਣਾ ਕਿਸੇ ਹੋਰ ਕੰਪਨੀ ਦੇ ਥਰੂ ਹੁੰਦਾ ਹੈ। ਇਸ ਲਈ ਕੰਪਨੀ ਕੋਲ ਬਹੁਤ ਸਾਰਾ ਟਾਈਮ ਹੁੰਦਾ ਆ ਕਿ ਉਹ ਆਪਣੇ ਪ੍ਰੋਡਕਟ ਜ਼ਿਆਦਾ ਬਣਾ ਕੇ ਜ਼ਿਆਦਾ ਮਾਰਕੀਟ ਜਿਹੜੀ ਸਾਈਜ਼ ਮਾਰਕੀਟ ਜ਼ਿਆਦਾ ਕੈਪਚਰ ਕਰ ਸਕਦੀ ਹੈ। ਇਸ ਦੀਆਂ ਕਮੀਆਂ ਕੀ ਹੋਈਆਂ? ਕਮੀਆਂ ਹੋਈਆਂ ਕਿ ਗ੍ਰਾਹਕ ਵੱਲੋਂ ਪ੍ਰਤੱਖ ਰੂਪ ਵਿੱਚ ਕਿਸੇ ਕਿਸਮ ਦੀ ਫੀਡਬੈਕ ਪ੍ਰਾਪਤ ਨਹੀਂ ਹੁੰਦੀ, ਕਿਉਂਕਿ ਕੰਪਨੀ ਖੁਦ ਨਹੀਂ ਜਾਂਦੀ ਬਾਹਰਲੇ ਦੇਸ਼ ਦੇ ਵਿੱਚ ਵੇਚਣ ਸਮਾਨ ਨੂੰ, ਇਸ ਲਈ ਗਾਹਕ ਦੀ ਉਸ ਪ੍ਰੋਡਕਟ ਦੇ ਬਾਰੇ ਕੀ ਰਾਏ ਆ ਉਹਦਾ ਪਤਾ ਨਹੀਂ ਚੱਲਦਾ। ਕੰਪਨੀ ਦਾ ਵਿਦੇਸ਼ੀ ਮਾਰਕੀਟ ਦੇ ਉੱਤੇ ਕੋਈ ਕੰਟਰੋਲ ਨਹੀਂ ਰਹਿ ਜਾਂਦਾ, ਕਿਉਂਕਿ ਕੰਪਨੀ ਖੁਦ ਨਹੀਂ ਜਾਂਦੀ। ਆਮਦਨ ਜਿਹੜੀ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਵੰਡੀ ਜਾਂਦੀ ਆ, ਕਿਉਂਕਿ ਆਮਦਨ ਨੂੰ ਡਿਸਟਰੀਬਿਊਟਰਸ ਨੂੰ ਵੀ ਦੇਣਾ ਪੈਂਦਾ ਆ, ਸੇਲਸ ਰਿਪਰੈਜ਼ੈਂਟੇਟਿਵਸ ਨੂੰ ਵੀ ਦੇਣਾ ਪੈਂਦਾ ਆ। ਆਮਦਨ ਜਿਹੜੀ ਆ ਉਹ ਟਰੇਡਿੰਗ ਕੰਪਨੀਆਂ ਨੂੰ ਵੀ ਦੇਣੀ ਪੈਂਦੀ ਆ, ਜਿਹੜੇ ਵਿਚੋਲੇ ਆ ਉਹਨਾਂ ਨੂੰ ਦੇਣੀ ਪੈਂਦੀ ਆ, ਵਪਾਰੀਆਂ ਨੂੰ ਦੇਣੀ ਪੈਂਦੀ। ਇਸ ਦੇ ਨਾਲ ਜਿਹੜੀ ਆਮਦਨ ਆ ਉਹ ਡਿਵਾਈਡ ਹੋ ਜਾਂਦੀ ਆ। ਇਹ ਵੀਡੀਓ ਮੈਂ ਇੱਥੇ ਖ਼ਤਮ ਕਰਨ ਲੱਗੀ ਹਾਂ। ਜੇ ਕੁਛ ਨਹੀਂ ਸਮਝ ਲੱਗਾ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਆ।